we have been providing essential food for the elderly and the vulnerable of all backgrounds and faiths. Wow, that is absolutely massive. We are just grateful. No, that we like that we love. ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਏ ਕਿ ਸਲਾਓ ਪਿੱਛੇ ਮੇਰੇ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ, ਜਿਸ ਦਾ ਪਹਿਲਾ ਗੁਰਦੁਆਰਾ ਸੀਗਾ ਜਦੋਂ ਦੀ ਇਹ ਪੈਂਡੈਮਿਕ ਮਹਾਮਾਰੀ ਮੋਰੇ ਆਈ ਸੀ ਨਾ, ਤੇ ਸਭ ਤੋਂ ਪਹਿਲਾ ਗੁਰਦੁਆਰਾ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸੀ ਸਲਾਓ। ਇਹ ਉਹ ਗੁਰਦੁਆਰਾ ਸਾਹਿਬ ਆ ਜਿੱਥੇ ਅੱਜ ਤੱਕ UK ਦੇ ਵਿੱਚ ਸਿਰਫ NHS ਨੂੰ ਨਹੀਂ, ਵਲਨਰੇਬਲ ਨੂੰ ਨਹੀਂ, ਲੋਕਲ ਚੈਰਿਟੀਆਂ ਨੂੰ ਨਹੀਂ, ਗੁਰਦੁਆਰਿਆਂ ਨੂੰ ਤੇ ਹੋਰ ਧਾਰਮਿਕ ਅਸਥਾਨਾਂ ਨੂੰ ਇੱਥੋਂ ਸਾਰਾ ਸਮਾਨ ਲੰਗਰ ਪਹੁੰਚਾਇਆ ਜਾ ਰਿਹਾ ਵਾ। ਕਿੰਨੀ ਵੱਡੀ ਸੇਵਾ ਇਸ ਗੁਰਦੁਆਰਾ ਸਾਹਿਬ ਦੀ ਹੈਗੀ ਆ। ਤੇ ਇਹ ਪਹਿਲਾ ਗੁਰਦੁਆਰਾ ਸੀ ਜਿਹਨਾਂ ਨੇ ਐਕਸ਼ਨ ਲਿਆ ਸੀਗਾ ਜਦੋਂ ਇਹ ਮਹਾਮਾਰੀ ਲੋਕਡਾਊਨ ਦਾ ਅਨਾਊਂਸਮੈਂਟ ਹੋਈ ਸੀਗੀ। ਤੇ ਅੱਜ ਅਸੀਂ ਤੁਹਾਨੂੰ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨਾਲ ਮੁਲਾਕਾਤ ਕਰਾਉਣੀ ਆ ਤੇ ਤੁਹਾਨੂੰ ਦਿਖਾਉਣਾ ਹੈਗਾ ਕਿ ਕਿੰਨਾ ਕੁ ਵੱਡਾ ਆਪਰੇਸ਼ਨ ਇੱਥੋਂ ਅੱਜ ਚੱਲ ਰਿਹਾ ਹੈਗਾ ਵਾ। ਅਸੀਂ ਅੰਦਰ ਜਾ ਕੇ ਉਹਨਾਂ ਨਾਲ ਮੁਲਾਕਾਤ ਕਰਾਉਂਦੇ ਆ। ਆਓ ਜੀ। ਬਹੁਤ ਹੀ ਛੋਟਾ ਜਿਹਾ ਉਪਰਾਲਾ ਸੀਗਾ ਕਿ ਅਸੀਂ ਸੰਗਤਾਂ ਜਿਹੜੀ ਇੱਥੇ ਸਲਾਓ 'ਚ ਰਹਿੰਦੀ ਆ ਉਹਨਾਂ ਦੀ ਮਦਦ ਕਰਨੀ। ਉੱਥੋਂ ਤੁਰਦਿਆਂ ਅੱਜ ਪੁੱਜਦੇ ਭਾਜੀ ਨੂੰ ਅੱਜ ਕਿੱਥੇ ਤੱਕ ਪਹੁੰਚ ਗਈ ਗੱਲ। ਫਿਰ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸੰਗਤ ਵੱਲੋਂ ਪਹਿਲਾਂ ਧੰਨਵਾਦ ਕੀਤਾ ਜਾਂਦਾ ਤੁਹਾਡਾ ਤੇ ਸਾਰੇ ਸੰਗਤਾਂ ਦਾ, ਜਿਹੜੀ ਸੇਵਾਦਾਰਾਂ ਦਾ ਤੁਸੀਂ ਬਹੁਤ ਸੋਹਣਾ ਕਦਮ ਚੁੱਕਿਆ ਸੀਗਾ। ਪਹਿਲਾਂ ਤੁਸੀਂ ਕਦਮ ਚੁੱਕਿਆ ਸੀ ਤੇ ਹੁਣ ਇੰਨਾ ਵੱਡਾ ਆਪਰੇਸ਼ਨ ਹੋ ਗਿਆ। ਮੈਂ ਚਾਹੁੰਦਾ ਕਿ ਤੁਸੀਂ ਸੰਗਤਾਂ ਨੂੰ ਵੀ ਦੱਸੋ ਕਿਸ ਤਰ੍ਹਾਂ ਸ਼ੁਰੂਆਤ ਹੋਈ ਸੀਗੀ ਤੇ ਹੁਣ ਕਿੱਥੇ ਤੱਕ ਤੁਸੀਂ ਹੁਣ ਪਹੁੰਚੇ ਹੋਏ ਹੋ। ਹਾਂਜੀ, ਜਦੋਂ ਤੋਂ ਪਹਿਲੇ ਸ਼ੁਰੂ ਹੋਇਆ ਸੀਗਾ ਬਹੁਤ ਛੋਟਾ ਉਪਰਾਲਾ ਸੀਗਾ। ਜਦੋਂ ਤੁਸੀਂ ਕਿਹਾ ਅਸੀਂ ਸਾਰੇ ਆਲੇ ਦੁਆਲੇ ਜਿਹੜੇ ਆਪਣੇ ਬਜ਼ੁਰਗ ਸੀਗੇ ਉਹਨਾਂ ਤੋਂ ਆਪਾਂ ਸ਼ੁਰੂ ਕੀਤਾ ਸੀਗਾ ਕਿ ਖਾਣਾ ਪਹੁੰਚਾਈਏ ਸਾਰਿਆਂ ਦੇ ਘਰ। ਤਾਂ ਉਹ ਤੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਇਹ ਹੁਣ ਵਧਿਆ ਗਿਆ। ਤੁਸੀਂ ਦੇਖ ਰਹੇ ਆ ਕਿ ਵੈਨਾਂ ਹੁਣ ਸਾਡੇ ਕੋਲ ਗੱਡੀਆਂ ਰੋਜ਼ ਜਾ ਰਹੀਆਂ ਲੋਕਾਂ ਦੇ ਘਰਾਂ ਦੇ ਵਿੱਚ। ਸੋ ਇਸ ਵੇਲੇ ਅਸੀਂ ਕਰੀਬਨ 3000 ਮੀਲ ਹਫ਼ਤੇ ਦੇ ਰਹੇ ਹਾਂ ਸਲਾਓ ਦੇ ਆਲੇ ਦੁਆਲੇ। ਤਾਂ ਬਾਕੀ ਅਸੀਂ ਦੇ ਰਹੇ ਹਾਂ NHS ਸਟਾਫ ਨੂੰ 2000 ਦਿਨ ਦੇ ਮੀਲ। Wow. So about 2,000 meals a day. That is absolutely massive. That's a massive operation. ਹਾਂਜੀ। So also ਉਹਦੇ ਨਾਲ ਅਸੀਂ ਦੂਜੇ ਗੁਰਦੁਆਰਿਆਂ ਦੀ ਵੀ ਸਪੋਰਟ ਕਰ ਰਹੇ ਹਾਂ। ਤਾਂ ਦੂਜੇ ਜਿਹੜੇ ਛੋਟੇ ਗੁਰਦੁਆਰੇ ਆਲੇ ਦੁਆਲੇ ਅਸੀਂ ਚਾਹੁੰਦੇ ਕਿ ਕਿਸੇ 'ਤੇ ਵੀ ਪ੍ਰੈਸ਼ਰ ਨਾ ਪਵੇ। ਜਿਹੜੇ ਬਜ਼ੁਰਗ ਉੱਥੇ ਜੁੜੇ ਹੋਏ ਆ ਉਹਨਾਂ ਦੇ ਘਰ ਵੀ ਲੰਗਰ ਪਹੁੰਚਾਇਆ ਜਾਵੇ। ਤਾਂ ਬਾਕੀ ਸਾਰੇ all the local charities from London and from Greater London and further away, we're trying to support them. ਐਕਸਲੈਂਟ। ਬਹੁਤ ਵੱਡੀ ਗੱਲ ਆ। ਦੇਖੋ ਸਾਧ ਸੰਗਤ ਜੀ, ਮੈਂ ਤੁਹਾਨੂੰ ਦੱਸਦਾ ਵਾਂ ਕਿ ਹੁਣ ਵੀਰੇ ਨੇ ਗੱਲ ਕੀਤੀ ਹੈਗੀ ਆ ਕਿ 2000 NHS ਦੇ ਕੋਲ ਸਟਾਫ ਤੇ ਉਹਨਾਂ ਦੇ ਨਾਲ ਦੇ ਕੋਲ ਸਾਥੀ ਹੁੰਦੇ ਆ, ਉਹਨਾਂ ਵਾਸਤੇ ਰੋਜ਼ਾਨਾ ਇੱਥੇ ਲੰਗਰ ਪਹੁੰਚਾਇਆ ਜਾਂਦਾ। ਉਹਦੇ ਨਾਲ 3000 ਜਿਹੜੀ ਸੰਗਤਾਂ ਇੱਥੇ ਸਲਾਓ ਦੇ ਇਲਾਕੇ ਤੇ ਨੇੜੇ ਉੱਥੋਂ ਤੱਕ ਪਹੁੰਚਾਇਆ ਜਾਂਦਾ। ਇਹ ਕਿੰਨਾ ਵੱਡਾ ਆਪਰੇਸ਼ਨ ਇਹ ਬਣ ਗਿਆ ਹੈਗਾ। ਤੇ ਮੈਂ ਵੀਰੇ ਕਿੰਨੇ ਕੁ ਜਾਣੇ ਸੇਵਾਦਾਰ, ਹਾਊ ਮੈਨੀ ਸੇਵਾਦਾਰ ਨੀਡਡ ਫॉर ਦਿਸ ਮਾਸ ਆਪਰੇਸ਼ਨ? ਹਾਂਜੀ, ਇਸ ਜਦੋਂ ਸ਼ੁਰੂ ਹੋਇਆ ਸੀਗਾ ਉਦੋਂ ਤਾਂ ਸਾਡੀ ਟੀਮ ਬਹੁਤ ਛੋਟੀ ਸੀਗੀ ਕਿ ਜਿੱਦਾਂ 10-15 ਜਿਹੜੇ ਗੁਰਮੁਖ ਸੀਗੇ ਉਹ ਉਹਨਾਂ ਨੇ ਸਟਾਰਟ ਕੀਤਾ ਸੀਗਾ। ਹੁਣ ਅਸੀਂ ਕਰੀਬਨ 80-90 ਸੇਵਾਦਾਰ ਜਿਹੜੇ ਬਾਹਰ ਵਰਤਾਉਂਦੇ ਆ ਲੰਗਰ। ਬਾਕੀ ਸੇਵਾਦਾਰ 25-30 ਜਿਹੜੇ ਲੰਗਰ ਬਣਾ ਰਹੇ ਆ। ਤਾਂ ਐਡਮਿਨ ਟੀਮ ਜਿੱਦਾਂ ਪਿੱਛੇ ਬੈਕ ਸਟਾਫ ਜਿਹੜੀ ਹੈ, ਫੋਨ ਜਿਹੜੇ ਚੱਕ ਰਹੇ ਜਾਂ ਐਡੀਟਿੰਗ, ਬਾਕੀ ਸਾਰਾ ਕੁਛ ਉਹ 25-30 ਉਹ ਹੈਗੇ ਗੁਰਮੁਖ। ਕਰੀਬਨ ਲਗਭਗ 100 ਤੋਂ ਉੱਤੇ ਹੈ। ਵਾਓ, ਦੈਟਸ ਐਬਸੋਲੂਟਲੀ ਅਮੇਜ਼ਿੰਗ। ਤੇ ਵੈਨਾਂ ਦਾ ਬਾਰੇ ਦੱਸੋ ਵੀਰੇ ਕਿ ਵੈਨਾਂ ਨੂੰ ਕਿਸੇ ਡੋਨੇਸ਼ਨ ਇਹ ਕੀਤੀਆਂ ਸੀਗੀਆਂ? ਹਾਂਜੀ, ਇਹ ਸਾਨੂੰ ਫੋਨ ਆਇਆ, ਕਹਿੰਦੇ ਕਿ ਇਹ ਸੁਣਿਆ ਕਿ ਤੁਸੀਂ ਇੰਨਾ ਖਾਣਾ ਪਹੁੰਚਾ ਰਹੇ ਆ ਸਾਰੇ ਹਸਪਤਾਲਾਂ ਦੇ ਵਿੱਚ ਜਾਂ ਦੂਜੀ ਚੈਰਿਟੀਆਂ ਦੇ ਵਿੱਚ, ਤਾਂ ਤੁਹਾਨੂੰ ਵੈਨਾਂ ਦੀ ਲੋੜ ਹੈ। ਅਸੀਂ ਕਿਹਾ ਕਿ ਸਾਡੇ ਕੋਲ ਇਸ ਵੇਲੇ ਸਿਰਫ 2 ਵੈਨਾਂ ਆ। ਉਹ ਕਹਿੰਦੇ ਤੁਸੀਂ ਹੋਰ ਲੈ ਲਓ ਸਾਡੇ ਤੋਂ। ਸੋ ਡੋਨੇਟ ਕੀਤੀਆਂ ਗਈਆਂ। ਤਾਂ ਹੁਣ ਇਸ ਕਰਕੇ ਸਾਰੇ ਪਾਸੇ ਪਹੁੰਚ ਰਿਹਾ ਲੰਗਰ ਗੁਰੂ ਕਿਰਪਾ ਨਾਲ। ਭਾਜੀ ਇੱਕ ਲਈ ਵੈਨਾਂ ਬਾਰੇ ਬਾਰੇ ਦੱਸੋ ਕਿ ਕਿੰਨੀਆਂ ਵੈਨਾਂ ਇੱਥੇ ਖੜੀਆਂ ਹੈਗੀਆਂ, ਕਿਸ ਨੇ ਦਾਨ ਦਿੱਤੀਆਂ ਸੀਗੀਆਂ? ਹਾਂਜੀ, ਇਹ ਸਾਰੀ ਜਿਹੜੀ ਡੋਨੇਟ ਕੀਤੀਆਂ ਵੈਨਾਂ ਇਹ ਬਾਕਸ VN ਵਾਲਿਆਂ ਨੇ, ਚਿੱਗ ਵਾਲੇ ਇਹ ਕੰਪਨੀ ਹੈ। ਤਾਂ ਇਹਨਾਂ ਨੇ ਸੇਵਾ ਕੀਤੀ ਕਿ ਤੁਸੀਂ ਸਾਰੇ ਜਿਹੜਾ ਕਰ ਰਹੇ ਆ ਅਸੀਂ ਵੀ ਕੋਈ ਹਿੱਸਾ ਪਾਉਣਾ ਚਾਹੁੰਦੇ ਹਾਂ।
ਤਾਂ ਇਸ ਕਰਕੇ ਇਹਨਾਂ ਨੇ ਡੋਨੇਟ ਕੀਤੀਆਂ ਸਾਨੂੰ ਵੈਨਾਂ ਜੀ। ਫੈਂਟੈਸਟਿਕ। ਸੋ ਅਸੀਂ ਦੇਖੋ ਕਿੰਨੀ ਸੋਹਣੀ ਗੱਲ ਹੈਗੀ ਆ ਕਿ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਸਲਾਹ ਵਿੱਚ ਅੱਜ ਆਏ ਹੈਗੇ ਆ। ਕਿੰਨੀ ਸੋਹਣੀ ਤੁਹਾਡੇ ਸਾਹਮਣੇ ਇੱਕ ਰਿਪੋਰਟ ਦਿੱਤੀ ਜਾ ਰਹੀ ਹੈਗੀ ਆ ਕਿ UK ਦੇ ਪਹਿਲੇ ਗੁਰਦੁਆਰਾ ਸਾਹਿਬਾਨ ਜਿਨ੍ਹਾਂ ਨੇ ਕਦਮ ਚੁੱਕਿਆ ਸੀਗਾ ਹੋਰਾਂ ਦੀ ਮਦਦ ਕਰਨ ਵਾਸਤੇ ਜਦੋਂ ਇਹ ਪੈਂਡੈਮਿਕ ਤੇ ਲੋਕਡਾਊਨ ਹੋਇਆ, ਉੱਥੇ ਆ ਕੇ ਜਦੋਂ ਕਦਮ ਤੇ ਚੁੱਕਿਆ ਸੀਗਾ ਸਿਰਫ ਲੰਗਰ ਵਰਤਾਉਣ ਵਾਸਤੇ ਸਲਾਹ ਦੇ ਇਲਾਕੇ ਦੇ ਵਿੱਚ। ਅੱਜ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਇਹਨਾਂ ਦੀ ਟੀਮ ਜਿੱਥੋਂ 10 ਜਣੇ ਤੋਂ 15 ਜਣੇ ਸੀਗੇ ਅੱਜ 100 ਤੋਂ ਉੱਤੇ ਹੋ ਗਏ ਨੇ। ਉਹਦੇ ਨਾਲ ਨਾਲ ਹੋਰਾਂ ਨੇ ਕੰਪਨੀਆਂ ਨੇ ਦੇਖਦੇ ਹੋਇਆ ਕਿ ਜਿਹੜੀ ਇਹ ਸੇਵਾ ਨਿਭਾ ਰਹੇ ਆ, ਤੁਸੀਂ ਦੇਖ ਸਕਦੇ ਹੈਗੇ ਆ ਕਾਫੀ ਵੈਨਾਂ ਵੀ ਇੱਥੇ ਦਾਨ ਕੀਤੀਆਂ ਗਈਆਂ ਕਿ ਇਹ ਆਪਣੀ ਸੇਵਾ ਪੂਰੀ ਕਰ ਸਕਣ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜ਼ਰੂਰ ਤੁਸੀਂ ਸੰਗਤਾਂ ਨੂੰ ਦੱਸੋ, ਦਿਖਾਓ ਕਿ ਕਿੰਨਾ ਸੋਹਣਾ ਇਹ ਕੰਮ ਹੋ ਰਿਹਾ। ਸਤਨਾਮ ਵਾਹਿਗੁਰੂ ਦੇ ਜਾਪ ਨਾਲ ਨਾਲ ਕਰਦੇ ਹੋਇਆ ਇਹ ਵੀਰ ਆਪਣਾ ਫਰਜ਼ ਨਿਭਾ ਰਹੇ ਹੈਗੇ, ਆਪਣੀ ਸੇਵਾ ਨਿਭਾ ਰਹੇ ਹੈਗੇ ਆ। ਤੁਸੀਂ ਦੱਸੋ ਸੰਗਤਾਂ ਨੂੰ ਇਸ ਵੇਲੇ ਤੁਸੀਂ ਦੇਖ ਰਹੇ ਕਿ ਬਹੁਤ ਹੀ ਵੱਡਾ ਆਪਰੇਸ਼ਨ ਹੈਗਾ ਅਤੇ ਸੈਕਸ਼ਨ ਬਾਈ ਸੈਕਸ਼ਨ ਕੀਤਾ ਹੋਇਆ। ਤੁਸੀਂ ਸੰਗਤਾਂ ਨੂੰ ਹੁਣ ਤੁਸੀਂ ਦੱਸੋ ਕਿ ਕੀ ਹੋ ਰਿਹਾ ਵਾ ਤੇ ਕਿਹੜੀਆਂ ਸੰਸਥਾਵਾਂ ਤੁਹਾਡੇ ਨਾਲ ਕੰਮ ਕਰ ਰਹੀਆਂ ਨੇ। ਹਾਂਜੀ, ਇਸ ਵੇਲੇ ਤੁਸੀਂ ਦੇਖ ਰਹੇ ਕਿ ਗੁਰਮੁਖ ਬੈਗ ਬਣਾ ਰਹੇ ਹੈ। ਸੋ ਉਹ ਬੈਗਾਂ ਦੇ ਵਿੱਚ ਅਸੀਂ ਰਾਸ਼ਨ ਪਾਇਆ ਜਾਂਦਾ ਹੈ। ਉਹ ਰਾਸ਼ਨ ਸਾਰੇ ਜਿਹੜੇ ਆਲੇ ਦੁਆਲੇ ਇੱਥੇ ਲਾਗੇ ਰਹਿੰਦੇ ਆ ਉਹਨਾਂ ਘਰਾਂ ਦੇ ਵਿੱਚ ਜਾ ਰਹੇ ਆ। ਇਹਦੇ ਨਾਲ ਦੇ ਨਾਲ ਗੁਰਦੁਆਰਾ ਜਿਹੜੇ ਹੈਗੇ ਆ ਆਲੇ ਦੁਆਲੇ ਉਹਨਾਂ ਦੀ ਅਸੀਂ ਮਦਦ ਕਰ ਰਹੇ ਹਾਂ ਕਿ ਕਿਸੇ ਵੀ ਗੁਰਦੁਆਰੇ 'ਤੇ ਪ੍ਰੈਸ਼ਰ ਨਾ ਪਵੇ ਤਾਂ ਸਾਰੀ ਸੰਗਤਾਂ ਨੂੰ ਲੰਗਰ ਪਹੁੰਚਾਇਆ ਜਾਵੇ। ਉਹਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਚੈਰਿਟੀਜ਼ ਦੇ ਨਾਲ, local authorities, Slough Borough Council, Slough CVS and also Ealing Council। ਤਾਂ ਬਾਕੀ ਜਿਹੜੇ ਸਾਰੇ ਆਪਣੇ ਮਸਜਿਦ, churches, the 7 ਗੁਰਦੁਆਰੇ we've been to give them ration as well। ਇੱਦਾਂ ਦੇ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਨੌਜਵਾਨ ਅਗਾਂਹ ਲੈ ਕੇ ਜਿੱਦਾਂ ਸਾਡੇ ਬਜ਼ੁਰਗਾਂ ਨੇ ਇੰਨੇ ਸੋਹਣੇ ਸਾਡੇ ਗੁਰਦੁਆਰੇ ਖੜੇ ਕੀਤੇ ਹੈਗੇ ਆ, ਉਹਨਾਂ ਨੇ ਇੰਨੀ ਕੁਰਬਾਨੀ ਕੀਤੀ ਹੈਗੀ ਆ। ਹੁਣ ਨੌਜਵਾਨ ਜੇ ਅਗਾਂਹ ਆਉਣਗੇ ਬਜ਼ੁਰਗਾਂ ਦੀਆਂ ਅਸੀਸਾਂ ਲੈ ਕੇ ਉਹ ਅਗਾਂਹ ਲੈ ਕੇ ਹੋਰ ਸਿੱਖੀ ਦਾ ਮੈਸੇਜ ਪਹੁੰਚਾਉਂਦੇ ਆ। ਤੇ ਅਸੀਂ ਵੀਰੇ ਨਾਲ ਗੱਲ ਕਰਦੇ ਆ ਕਿ ਭਾਜੀ ਤੁਸੀਂ ਦੱਸੋ ਸੰਗਤਾਂ ਨੂੰ, ਜਦੋਂ ਤੁਸੀਂ ਚਰਚ ਜਾਂਦੇ ਆ ਜਾਂ ਮੰਦਿਰ ਜਾਂਦੇ ਜਾਂ ਮਸਜਿਦ ਜਾਂਦੇ ਆ ਤੇ ਤੁਸੀਂ ਆਬਵੀਅਸਲੀ ਸਾਰੇ ਸਾਡੇ ਸੇਵਾਦਾਰ ਗੁਰਸਿੱਖ ਨੇ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਤੁਸੀਂ ਉੱਥੇ ਜਾ ਕੇ ਵੈਨਾਂ ਲੈ ਕੇ ਵੈਨਾਂ ਦੇ ਭਰੀਆਂ ਹੋਈਆਂ ਰਾਸ਼ਨ ਜਿੱਦਾਂ ਉਹ ਆਖਦੇ ਆ ਤੁਸੀਂ ਦਿੰਦੇ ਹੈਗੇ ਆ, ਉਹਨਾਂ ਦਾ ਕੀ ਰਿਸਪੌਂਸ ਆਉਂਦਾ ਤੁਹਾਨੂੰ? ਹਾਂਜੀ, ਜਦੋਂ ਅਸੀਂ ਅੱਜ ਤੁਹਾਨੂੰ ਦੱਸ ਰਹੇ ਸੀ ਅੱਗੇ ਕਿ ਅੱਜ ਅਸੀਂ ਗਏ ਚਰਚ ਦੇ ਵਿੱਚ, ਮੰਦਿਰ ਦੇ ਵਿੱਚ ਵੀ, ਉਹਨਾਂ ਨੇ ਇੱਕ ਗੱਲ ਕੀਤੀ, ਕਹਿੰਦੇ ਕਿ ਤੁਸੀਂ ਸਾਰੇ ਸਿੱਖ ਇਹ ਉਪਰਾਲਾ ਤੁਸੀਂ ਕਰ ਰਹੇ ਆ, ਇਹ ਕਿੱਦਾਂ ਚੱਲ ਰਿਹਾ ਹੈ? ਉਹਨਾਂ ਦਾ ਕਿ ਸਾਥ ਦੇਖੋ ਕਿੰਨੀ ਵੱਡੀ ਗੱਲ ਹੈਗੀ ਆ ਕਿ ਕਿਸ ਤਰ੍ਹਾਂ ਸੰਗਤਾਂ ਮਦਦ ਕਰ ਰਹੀਆਂ ਹੈਗੀਆਂ, ਖਾਸ ਕਰਕੇ ਇਸ ਵੇਲੇ ਦੇ ਦੁੱਖ ਦੇ ਸਮੇਂ ਦੇ ਵਿੱਚ। ਬਹੁਤ ਪੀੜ ਆਈ ਹੋਈ ਆ ਦੁਨੀਆ ਭਰ ਦੇ ਲੋਕਡਾਊਨ ਦੇ ਕਾਰਨ, ਤੇ ਕਈਆਂ ਨੂੰ ਆਖਿਆ ਜਾ ਰਿਹਾ ਉਹ ਘਰੋਂ 'ਚ ਨਿਕਲ ਨਹੀਂ ਸਕਦੇ। ਤੇ ਇਹ ਬਹੁਤ ਵੱਡੀ ਗੱਲ ਆ ਕਿ ਜਿਹੜੀ ਲੋਕਲ ਕਾਉਂਸਲ ਆ ਜਿਹਨਾਂ ਦਾ ਕੰਮ ਹੈਗਾ ਵਨਰੇਬਲ ਦੀ ਦੇਖਭਾਲ ਕਰਨਾ, ਉਹ ਅੱਜ ਗੁਰੂ ਦੇ ਦਰਬਾਰ ਵੱਲ ਆ ਕੇ ਮਦਦ ਲੈਣ ਨੂੰ ਆ ਰਹੇ ਨੇ। ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬਾਨ ਕਾਉਂਸਲ ਇੱਥੇ ਰੋਜ਼ ਇਹਨਾਂ ਨੂੰ 500 ਰੈਫਰਲ ਦਿੱਤੇ ਹੈਗੇ ਆ ਕਿ ਇਹਨਾਂ ਨੂੰ 500 ਜਿਹੜੇ ਇਹਨਾਂ ਦੀ ਰਜਿਸਟਰਡ ਲਿਸਟ ਹੁੰਦੀ ਹੈ ਨਾ, ਜਿਹੜੇ ਵਨਰੇਬਲ ਹੁੰਦੇ ਆ, ਉਹਨਾਂ ਦੀ ਲਿਸਟ ਇਹ ਨੌਜਵਾਨ ਇੱਥੇ ਦੀ ਸੰਗਤ ਨਿਭਾ ਰਹੀ ਹੈ, ਪੂਰਾ ਕਰ ਰਹੀ ਹੈਗੀ ਆ ਉਹਨਾਂ ਦੀ ਸੇਵਾ। ਇਹ ਬਹੁਤ ਵੱਡੀ ਗੱਲ ਆ ਕਿ ਕਾਉਂਸਲਾਂ ਅੱਜ ਗੁਰੂ ਵੱਲ ਗੁਰਦੁਆਰਾ ਸਾਹਿਬ ਵੱਲ ਛਾਤੀ ਮਾਰ ਕੇ ਦੇਖ ਰਹੀਆਂ ਮਦਦ ਵਾਸਤੇ। ਤੇ ਮਹਾਰਾਜ ਜੀ ਅਪਾਰ ਕਿਰਪਾ ਦੇ ਨਾਲ ਜਿਹੜਾ 20 ਰੁਪਏ ਦੇ ਨਾਲ ਚਲਾਇਆ ਹੋਇਆ ਲੰਗਰ 500 ਸਾਲ ਪਹਿਲਾਂ ਮਹਾਰਾਜ ਨੇ, ਉਹ ਅੱਜ ਦੇਖੋ ਕਿਤੇ ਤੋਂ ਕਿਤੇ ਮਿਲੀਅਨ ਤੋਂ ਮਿਲੀਅਨ ਅੱਜ ਲੋਕਾਂ ਨੂੰ, ਸੰਗਤਾਂ ਨੂੰ ਅੱਜ ਲੰਗਰ ਛਕਾਇਆ ਜਾ ਰਿਹਾ ਹੈਗਾ ਉਹ 20 ਰੁਪਏ ਤੋਂ। ਤੇ ਇਹ ਵੀ ਵੱਡੀ ਗੱਲ ਕਿ ਸਾਰਿਆਂ ਨੂੰ ਪਤਾ ਵੀ ਲੱਗੀ ਜਾ ਰਿਹਾ ਤੇ ਹੋਰ ਧਰਮਾਂ ਦੇ ਲੋਕ ਜਾਂ ਹੋਰ ਧਾਰਮਿਕ ਸਥਾਨ 'ਤੇ ਜਾ ਕੇ ਇਹ ਗੁਰਦੁਆਰਾ ਸਾਹਿਬ ਲੰਗਰ ਤੇ ਰਾਸ਼ਨ ਵੀ ਪਹੁੰਚਾ ਰਿਹਾ ਹੈਗਾ। ਤੇ NHS ਹਸਪੀਟਲ ਆ, ਉਹਨਾਂ ਦੇ ਸਟਾਫ 'ਚ 2000 ਲੰਗਰ ਰੋਜ਼ ਦੇਣ ਵਾਸਤੇ ਬਹੁਤ ਵੱਡੀ ਗੱਲ ਆ। ਤੇ ਮੈਂ ਭਾਜੀ ਨਾਲ ਗੱਲ ਕਰਦਾ, ਸਾਸੀ ਦੱਸੋ ਸੰਗਤਾਂ ਨੂੰ ਕਿ ਜਿਹੜਾ ਐਸੇ ਤੁਸੀਂ ਤਿਆਰੀ ਕਰਦੇ ਹੈਗੇ, ਮੈਨੂੰ ਪਤਾ ਕਿ 100 ਤੁਹਾਡੇ ਸੇਵਾਦਾਰ ਹੈਗੇ ਆ, ਪਰ ਤੁਸੀਂ ਪਿੱਛੇ ਜੇ ਤੁਸੀਂ ਦੇਖੋ ਤੇ ਕਾਫੀ
ਪੈਲਟਾਂ ਪਈਆਂ ਹੈਗੀਆਂ ਵਾ ਗੰਢਿਆਂ ਦੀਆਂ, ਆਲੂ ਦੀਆਂ, ਪਾਣੀ ਦੀਆਂ, ਸੰਤਰਿਆਂ ਦੀਆਂ, ਫਰੂਟ ਦੀਆਂ, ਰਾਈਸ ਦੀਆਂ। ਤੇ ਤੁਸੀਂ ਸੰਗਤਾਂ ਨੂੰ ਦੱਸੋ ਕਿ ਕੀ ਆ ਰਿਹਾ ਹੈਗਾ, ਕਿੱਥੋਂ ਆ ਰਿਹਾ, ਤੁਸੀਂ ਆਪ ਲੈ ਰਹੇ ਹੈਗੇ ਜਾਂ ਸੰਗਤਾਂ ਦਾਨ ਕਰ ਰਹੀਆਂ ਹੈਗੀਆਂ? ਹਾਂਜੀ ਭਾਜੀ ਓਰੀਜਨਲੀ ਜਦੋਂ ਪਹਿਲੇ ਅਸੀਂ ਸ਼ੁਰੂ ਕੀਤਾ, ਅਸੀਂ ਮੁੱਖ ਸੇਵਾਦਾਰਾਂ ਦੇ ਸਾਰਿਆਂ ਨਾਲ ਗੱਲ ਕਰਕੇ ਉਹਨਾਂ ਨੂੰ ਪੁੱਛਿਆ ਕਿ ਅਸੀਂ ਕਿੱਦਾਂ ਕਰੀਏ। ਤਾਂ ਉਹ ਪਹਿਲੇ ਅਸੀਂ ਖਰੀਦਿਆ ਗੁਰਦੁਆਰੇ ਵੱਲੋਂ, ਗੁਰੂ ਦੀ ਗੋਲਕ ਦੇ ਵਿੱਚੋਂ ਅਸੀਂ ਜਿਹੜਾ ਵੀ ਸੀਗਾ ਅਸੀਂ ਰਾਸ਼ਨ ਖਰੀਦਿਆ ਕਿ ਸਾਨੂੰ ਪਤਾ ਸੀ ਕਿ ਜਾ ਰਿਹਾ ਚੌਲ ਹੋਏ, ਆਟਾ ਹੋਇਆ, ਦਾਲ ਹੋਈ, ਪਾਣੀ ਹੋਇਆ, ਦੁੱਧ ਹੋਇਆ, ਸਾਰੇ ਜਿਹੜੇ ਹੈਗੇ ਚੀਜ਼ਾਂ ਉਹ ਅਸੀਂ ਖਰੀਦ ਲਿਆ। ਤਾਂ ਉਸ ਤੋਂ ਬਾਅਦ ਜਦੋਂ ਸੰਗਤਾਂ ਨੂੰ ਦੱਸਿਆ ਕਿ ਇਹ ਉਪਰਾਲਾ ਚੱਲ ਰਿਹਾ, ਉਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਕਿ ਅਸੀਂ ਡੋਨੇਟ ਕਰਨਾ ਚਾਹੁੰਦੇ ਹਾਂ। ਇਸ ਤਰ੍ਹਾਂ ਅਸੀਂ ਇੱਕ ਦੂਜੇ ਦਾ ਸਾਥ ਦੇਣਾ, ਮਦਦ ਕਰਨੀ ਹੈਗੀ ਇੱਕ ਦੁੱਖ ਦੇ ਟਾਈਮ ਦੇ ਵਿੱਚ, ਤੇ ਉਹਦੇ ਨਾਲ ਨਾਲ ਮਹਾਰਾਜ ਕਿਰਪਾ ਕਰਨਗੇ, ਸਾਰਿਆਂ ਦਾ ਦੇਖਭਾਲ ਹੋ ਸਕਦਾ। ਮਹਾਰਾਜ ਹਾਜ਼ਰ ਨਾਜ਼ਰ ਨੇ ਤੇ ਇਹ ਸੰਗਤਾਂ ਉਹ ਦਿਖਾ ਰਹੀਆਂ ਜਿਹੜਾ ਕੰਮ ਮਹਾਰਾਜ ਨੇ ਆਪ ਸ਼ੁਰੂਆਤ ਕੀਤੀ ਹੈਗੀ ਆ, ਤੇ ਸੰਗਤਾਂ ਤੱਕ ਗੱਲ ਤੇ ਸਿੱਖੀ ਦਾ ਪ੍ਰਚਾਰ ਦਿੱਤਾ ਜਾ ਰਿਹਾ। ਸਾਧ ਸੰਗਤ ਜੀ ਦੇਖ ਲਿਆ ਹੈਗਾ ਜਿੱਥੇ ਪੈਕਿੰਗ ਹੁੰਦੀ ਆ ਸਾਰੇ ਬੈਗਾਂ ਦੀ ਤੇ ਪੈਲਟਾਂ ਦੀ। ਹੁਣ ਅਸੀਂ ਜਾ ਕੇ ਉਧਰ ਵੱਲ ਵੀ ਝਾਤੀ ਮਾਰੀਏ ਜਿੱਥੇ ਸਾਡੀਆਂ ਭੈਣਾਂ ਦੇ ਵੀਰ ਲੰਗਰ ਦੀ ਤਿਆਰੀ ਕਰਦੇ ਆ। ਆਓ ਜੀ। ਹਾਂਜੀ ਸਾਧ ਸੰਗਤ ਜੀ ਅਸੀਂ ਜਾ ਕੇ ਦੇਖਦੇ ਹੈਗੇ ਆ ਕਿ ਕਿਚਨ ਜਿਹੜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਜਿਹੜਾ ਲੰਗਰ ਇੱਥੇ ਰੋਜ਼ ਜਾਨਾ ਇੱਥੇ ਤਿਆਰ ਹੋ ਰਿਹਾ। 2000 ਮੀਲ ਹੌਟ ਮੀਲ NHS ਨੂੰ ਤੇ ਹੋਰ ਜਿਹੜੇ ਲੋੜਵੰਦ ਪਰਿਵਾਰਾਂ ਨੂੰ ਜਾਂ ਜਿਹੜੇ ਕਿਤੇ ਬੇਘਰ ਨੇ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ, ਤੇ ਸੇਵਾ ਸਾਰੇ ਜਾਣੇ ਆਪਣੀ ਨਿਭਾ ਰਹੇ ਹੈਗੇ, ਤੁਸੀਂ ਦੇਖ ਸਕਦੇ। ਹਾਂਜੀ ਸਾਧ ਸੰਗਤ ਅਸੀਂ ਗੱਲ ਕਰਦੇ ਹੈਗੇ ਆ ਜਿਹੜੀ ਸਾਡੀਆਂ ਭੈਣਾਂ ਵੀਰ ਇੱਥੇ ਆ ਕੇ ਰੋਜ਼ਾਨਾ ਲੰਗਰ ਤਿਆਰ ਕਰਦੇ ਹੈਗੇ ਆ, ਉਹਨੂੰ ਪੁੱਛਦੇ ਆ ਕਿ ਕਿਸ ਤਰ੍ਹਾਂ ਉਹਨੂੰ ਉਤਸ਼ਾਹ ਮਿਲਦਾ ਹੈਗਾ ਵਾ ਕਿ ਇੰਨੀ ਵੱਡਾ ਆਪਰੇਸ਼ਨ ਹੋ ਰਿਹਾ, ਰੋਜ਼ਾਨਾ 2000 ਤੋਂ ਵੱਧ ਲੰਗਰ ਰੋਜ਼ ਤਿਆਰ ਕੀਤਾ ਜਾਵੇ, ਤੇ ਕਿਸ ਤਰ੍ਹਾਂ ਹੋ ਰਿਹਾ। ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਮਾਫੀ ਮੰਗਦਾ ਤਾਂ ਤੁਸੀਂ ਸੇਵਾ ਕਰਦੇ ਹੋ, ਤੁਹਾਨੂੰ ਅਸੀਂ ਉਠਾਇਆ ਹੈਗਾ, ਪਰ ਤੁਸੀਂ ਸੰਗਤਾਂ ਨੂੰ ਦੱਸੋ ਕਿ ਇਸ ਵੇਲੇ ਸੰਗਤਾਂ ਕਿਸ ਤਰ੍ਹਾਂ ਮਹਿਸੂਸ ਕਰ ਰਹੀਆਂ ਕਿ ਮਹਾਰਾਜ ਜੀ ਅਪਾਰ ਕਿਰਪਾ ਜਿਹੜਾ ਸੇਵਾ ਗੁਰੂ ਮਾਨਯੋਗ ਗ੍ਰੰਥ ਗੁਰਦੁਆਰਾ ਸਾਹਿਬਾਨ ਇੱਕ ਲੀਡਿੰਗ ਗੁਰਦੁਆਰਾ ਸਾਹਿਬ ਆ ਜਿਨ੍ਹਾਂ ਨੇ ਇਹ ਪ੍ਰੋਜੈਕਟ ਪਹਿਲਾਂ ਲੀਡ ਕੀਤਾ ਸੀਗਾ। ਸਭ ਤੋਂ ਪਹਿਲਾਂ ਜਦੋਂ ਪੈਂਡੈਮਿਕ ਇੱਥੇ UK 'ਚ ਹੋਈ, ਪਹਿਲਾ ਗੁਰਦੁਆਰਾ ਸੀਗਾ ਜਿਨ੍ਹਾਂ ਨੇ ਆ ਕੇ ਕਿਹਾ ਸੀਗਾ ਜਿੰਨਾਂ ਵੀ ਲੋੜਵੰਦਾਂ ਨੂੰ ਮਦਦ ਹੋਵੇ ਅਸੀਂ ਕਰਨ ਨੂੰ ਤਿਆਰ ਆ। ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਸੀਗਾ? ਭਾਜੀ ਇਹ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਾ, ਇਸ ਗੁਰੂ ਨਾਨਕ ਦੇਵ ਜੀ ਦੇ ਲੰਗਰ ਹੈ ਨਾ, ਸੋ ਸਾਨੂੰ ਤਾਂ ਲਾਈਕ ਸਾਡੀ ਡਿਊਟੀ ਬਣਦੀ, ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਇਹ ਕਰੀਏ। ਸੋ ਸਾਡੇ ਲਈ ਤਾਂ ਬਹੁਤ ਨੈਚੁਰਲ ਸੀਗਾ ਕਿ ਅਸੀਂ ਪਹਿਲੋਂ ਇਹ ਸਟੈਪ ਲਈਏ ਕਿ ਕੁਛ ਕਰੀਏ ਦੁਨੀਆ ਦੇ ਬਾਰੇ ਨਾ, ਐਂਡ ਟੂ ਹੈਲਪ ਦ ਕਮਿਊਨਿਟੀ। ਤੇ ਕਿਸ ਤਰ੍ਹਾਂ ਦੇ ਤੁਸੀਂ ਲੰਗਰ ਇਸ ਵੇਲੇ ਸਬਜ਼ੀਆਂ ਬਣਾ ਰਹੇ ਹੈਗੇ ਆ? ਇਸ ਪੰਜਾਬੀ ਘਰਾਂ 'ਚ ਨਹੀਂ, ਹੋਰ ਘਰਾਂ ਦੇ ਵਿੱਚ ਵੀ ਜਾ ਰਹੀ ਹੈਗੀ ਆ? ਹਾਂਜੀ ਸਿਰਫ ਅਸੀਂ ਦਾਲ ਤੇ ਚੌਲ ਬਣਾ ਰਹੇ ਹਾਂ, ਜੇ ਦਾਲ ਤੇ ਪ੍ਰਸ਼ਾਦੇ, ਰਾਜਮਾ ਤੇ ਪ੍ਰਸ਼ਾਦੇ, ਪਰ ਜਿਹਨਾਂ ਨੂੰ ਜਿੱਦਾਂ NHS ਸਟਾਫ ਨੂੰ ਜਿਹੜੇ ਅਸੀਂ ਭੇਜ ਰਹੇ ਉਹਨਾਂ ਤੋਂ ਜੋ ਵੀ ਸਾਨੂੰ ਮੈਸੇजेस ਮਿਲੇ ਆ ਇਹਨਾਂ ਵਾ ਕਿ ਲੰਗਰ ਤੁਹਾਡਾ ਬਹੁਤ ਸਵਾਦ ਹੈ, ਇਟਸ ਦ ਬੈਸਟ ਇੰਡੀਅਨ ਫੂਡ ਅਸੀਂ ਫਿਰ ਖਾਧਾ ਵਾ ਨਾ। ਇਹ ਮੈਂ ਕਹਿ ਸਕਦੀ ਹੈ ਇਹ ਪੂਰੀ ਲਾਈਕ ਕ੍ਰੈਡਿਟ ਜਾਂਦਾ ਵਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਬਿਕਾਜ਼ ਉਹਨਾਂ ਦੀ ਸਿੱਖਿਆ ਤੋਂ ਵੀ ਪਤਾ ਲੱਗਦਾ ਕਿ ਸੇਵਾ ਕਿੱਦਾਂ ਕਰੀਦੀ ਹੈ। ਸਿਮਰਨ ਕਰਨਾ ਚਾਹੀਦਾ ਜਦੋਂ ਕੋਈ ਵੀ ਗੁਰੂ ਦਾ ਲੰਗਰ ਬਣਾਉਣਾ ਹੋਇਆ ਨਾ, ਫਿਰ ਉਹ ਜਿਹੜੀ ਸਿਮਰਨ ਦੀ ਵਰਤਵਾ ਜੋ ਵੀ ਹੁੰਦਾ ਵਾ, that's what makes it taste, that's what makes it sweeter ਹੈ ਨਾ। ਫਿਰ ਉਹਨਾਂ ਨੂੰ ਵੀ ਅਸਰ ਪੈਂਦਾ ਵਾ, ਉਹ ਵੀ ਹੋ NHS ਵਾਲੇ ਹੋਣ, ਜੇ ਕੋਈ ਘਰ ਜੋ ਵਨਰੇਬਲ ਆ, ਹੋਮਲੈਸ ਆ, ਉਹਨਾਂ ਨੂੰ ਵੀ ਇੱਦਾਂ ਮਿਲਣਾ ਚਾਹੀਦਾ ਵਾ ਨਾ, ਉਹਨਾਂ ਦਾ ਅਸਰ ਵੀ ਹੋਣਾ ਚਾਹੀਦਾ ਵਾ। ਐਂਡ ਸਾਨੂੰ ਤਾਂ ਬਹੁਤ ਲਾਈਕ ਪ੍ਰਾਊਡ ਫੀਲਿੰਗ ਹੁੰਦੀ ਹੈ ਕਿ ਜੋ ਗੁਰੂ ਨਾਨਕ ਦੇਵ ਜੀ ਨੇ 550 years ago ਸ਼ੁਰੂ ਕੀਤਾ ਸੀ ਉਹ ਅਸੀਂ ਹੁਣ ਕਰ ਰਹੇ ਆ।
ਬਹੁਤ ਸੋਹਣੀ ਗੱਲ ਹੈਗੀ ਆ। ਤੇ ਮੈਨੂੰ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ, ਜਿਸ ਤਰ੍ਹਾਂ ਤੁਸੀਂ ਕਿਹਾ ਸੀਗਾ ਕਿ ਉਹ ਬਰਕਤ ਤੁਸੀਂ ਨਾਮ ਸਿਮਰਨ ਕਰਦੇ ਹੋਇਆ ਪੂਰੀ ਰਹਿਤ ਮਰਿਆਦਾ ਦੇ ਵਿੱਚ ਲੰਗਰ ਤਿਆਰ ਕਰਕੇ ਹੋਰਾਂ ਨੂੰ ਪਹੁੰਚਾ ਰਹੇ ਹੈਗੇ ਆ, ਇਸ ਅ ਬਿਗ ਥਿੰਗ, ਇਸ ਐਬਸੋਲੂਟਲੀ ਮੈਸਿਵ ਥਿੰਗ ਟੂ ਡੂ, ਐਂਡ ਜਿਹੜਾ ਰਿਸਪੌਂਸ ਆ ਰਿਹਾ ਉਹ ਵੀ ਪੋਜ਼ਿਟਿਵ ਆ ਰਿਹਾ, ਬਿਕਾਜ਼ in a time like this ਸਾਡਾ ਫਰਜ਼ ਬਣਦਾ ਕਿ ਚੰਗੇ ਕੰਮ ਕਰਨ ਵਾਸਤੇ, ਇੱਕ ਦੂਜੇ ਦਾ ਸਹਾਰਾ ਬਣਨ ਵਾਸਤੇ ਬਹੁਤ ਵੱਡੀ ਗੱਲ ਆ। ਜਿਹੜੀ ਬਾਕੀ ਸੰਗਤਾਂ ਆ ਰਹੀਆਂ ਹੈਗੀਆਂ ਵਾ, ਹਾਊ ਆਰ ਦੇ ਫੀਲਿੰਗ? ਦਿਸ ਇਜ਼ ਬਹੁਤ ਔਖਾ ਸਮਾਂ, ਸਿਰਫ ਬਾਹਰ ਵਾਸਤੇ ਨਹੀਂ, ਬਸ ਸੇਵਾਦਾਰਾਂ ਵਾਸਤੇ ਵੀ। ਤੁਹਾਡੇ ਵੀ ਕੋਈ ਪਰਿਵਾਰ ਹੈਗੇ ਆ, ਤੁਸੀਂ ਵੀ ਕਰਨਾ ਲੋਕਡਾਊਨ ਹੋਵੇ, ਤੁਹਾਨੂੰ ਫਿਰ ਵੀ ਮੌਕਾ ਦੇ ਮਾਰੇ ਤੇ ਕਿਰਪਾ ਨਾਲ ਸੇਵਾ ਮੌਕਾ ਦਿੱਤਾ ਜਾਂਦਾ। ਸੋ ਬਾਕੀ ਸੇਵਾਦਾਰ ਕਿੱਦਾਂ ਮਹਿਸੂਸ ਕਰ ਰਹੇ ਨੇ? I mean, ਜਿਹੜੇ ਇੱਥੇ ਆ ਲਾਈਕ ਓਬਵੀਅਸਲੀ ਜਿਨ੍ਹਾਂ ਨੂੰ ਸੇਵਾ ਮਿਲੀ ਹੋਈ ਆ, ਸਾਰੇ ਨੂੰ ਜਿਹਦਾ ਗ੍ਰੇਟ ਫੀਲਿੰਗ ਹੁੰਦੀ ਹੈ ਕਿ ਸਾਡੀ ਸੇਵਾ ਹੈ। ਪਰ ਜੇ ਤੁਸੀਂ ਗੁਰਬਾਣੀ ਦੇ ਤਾਂ ਸੁਣੋ ਤਾਂ the other ਸੇਵਾ ਇਜ਼ ਨਾਮ ਸਿਮਰਨ, ਹੈ ਨਾ, ਜਿਸ ਸਿਮਰਨ ਕਰਨਾ। ਸੋ ਜੇ ਉਹ ਸੇਵਾ ਨਹੀਂ ਹੋ ਸਕਦੀ ਤਾਂ ਘਰੇ ਆਪਾਂ ਸਿਮਰਨ ਵੀ ਕਰ ਸਕਦੇ ਨਾ। ਐਂਡ ਵਿਦ ਦੈਟ ਇੰਨਾ ਮੈਨੂੰ ਪਤਾ ਵਾ ਜਿੰਨੇ ਜਿੱਦਾਂ ਸਾਡੇ ਸਾਥੀ ਆ ਜਿਹੜੇ ਹੋਰ ਸੇਵਾਦਾਰ, ਉਹਨਾਂ ਨਾਲ ਜਿਨ੍ਹਾਂ ਨਾਲ ਗੱਲ ਹੋਈ ਆ, ਉਹ ਤਾਂ ਕਹਿੰਦੇ ਉਹ ਘਰੇ ਜਿੱਦਾਂ ਸਿਮਰਨ ਕਰਦੇ। ਓਬਵੀਅਸਲੀ ਮਿਸ ਕਰ ਰਹੇ ਆ ਕਿ ਆਪਾਂ ਸਾਰੇ ਇਕੱਠੇ ਨਹੀਂ ਗਏ ਨਾ, ਸੰਗਤ ਦਾ ਰੂਪ ਉਹਦੇ ਮੈਜਿਕ ਕੋਈ ਕੁਛ ਹੋਰ ਹੁੰਦੀ ਆ, ਪਰ ਗੁਰੂ ਕਿਰਪਾ ਨਾਲ ਸਾਰੇ ਸਿਮਰਨ ਤੇ ਲੱਗੇ ਆ, ਐਂਡ that's the most important thing as well. दारू नाम लिया, दारू नाम लिया, दारू नाम लिया, दारू नाम लिया। वाहिगुरू 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 वाहिगुरू। वाहिगुरू जी का खालसा, वाहिगुरू जी की फतेह। ਇਹ ਕਹਿੰਦੇ दारू ਸਾਸੀ ਮਿਲਦਾ। ਜੀ ਦੇਖੋ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 550 ਸਾਲ ਉਹ 20 ਰੁਪਏ ਦਾ ਲੰਗਰ ਅੱਜ ਸਾਰਿਆਂ ਵਾਸਤੇ ਸਿਖਾਇਆ ਜਾ ਰਿਹਾ ਹੈਗਾ, ਵਰਤਾਇਆ ਵੀ ਜਾ ਰਿਹਾ ਤੇ ਸਿਖਾਇਆ ਵੀ ਜਾ ਰਿਹਾ, ਉਹ ਵੀ ਪੂਰੀ ਰਹਿਤ ਮਰਿਆਦਾ ਕਾਇਮ ਰੱਖਦੇ ਹੋਇਆ। ਇਹ ਬਹੁਤ ਵੱਡੀ ਗੱਲ ਆ। ਜਿੱਦਾਂ ਭੈਣ ਜੀ ਨੇ ਕਿਹਾ ਸੀਗਾ ਕਿ ਕਈ ਸੇਵਾਦਾਰ ਆਉਣਾ ਚਾਹੁੰਦੇ ਆ, ਪਰ ਗਵਰਨਮੈਂਟ ਗਾਈਡਲਾਈਨ ਫੋਲੋ ਕਰਦੇ ਹੋਇਆ ਜਿੱਦਾਂ ਕਾਨੂੰਨੀ ਹੈਗਾ ਵਾ, ਕਾਨੂੰਨ ਬਣਾਏ ਗਏ ਆ ਕਿ ਕਿੰਨੇ ਕੀ ਵਰਕਰ, ਕਿੰਨੇ ਸੇਵਾਦਾਰ ਗੁਰਦੁਆਰਾ ਸਥਾਨ ਦੇ ਵਿੱਚ ਇੱਕ ਟਾਈਮ ਦੇ ਹੋ ਸਕਦੇ ਆ, ਉਹ ਪੂਰੀ ਰੱਖਦੇ ਹੋਇਆ ਇੱਥੇ ਸਾਰਾ ਆਪਰੇਸ਼ਨ ਕਿੰਨੇ ਘੰਟੇ ਸਵੇਰ ਤੋਂ ਲੈ ਕੇ ਸ਼ਾਮ ਦੇ ਤੱਕ ਇਹ ਚੱਲ ਰਿਹਾ ਵਾ। ਤੇ ਇਹ ਸਵੇਰੇ ਲੰਗਰ ਬਣਾਇਆ ਜਾਂਦਾ, ਸ਼ਾਮ ਨੂੰ ਡਿਸਟ੍ਰੀਬਿਊਸ਼ਨ ਹੁੰਦਾ, ਦੁਪਹਿਰ ਨੂੰ ਡਿਸਟ੍ਰੀਬਿਊਸ਼ਨ ਹੁੰਦਾ, ਤੇ ਇਹਨਾਂ ਦੀ 7 ਵੈਨਾਂ ਲੱਗੀਆਂ ਹੈਗੀਆਂ, ਤੁਸੀਂ ਦੇਖਿਆ ਸੀਗਾ, ਤੇ ਕਿੰਨੀਆਂ ਗੱਡੀਆਂ ਤੇ ਕਿੰਨੇ ਸੇਵਾਦਾਰ ਸਾਰੇ ਰਲ ਮਿਲ ਕੇ ਇੱਕ ਦੂਜੇ ਦਾ ਸਹਾਰਾ ਬਣਦੇ, ਲੋਕਲ ਕਮਿਊਨਿਟੀ ਦਾ ਸਾਥ ਦੇ ਰਹੇ ਹੈਗੇ ਆ। ਬਹੁਤ ਵੱਡੀ ਗੱਲ ਆ। ਹੁਣ ਅਸੀਂ ਉਹਨਾਂ ਦੇ ਇੱਥੇ ਦੇ ਸੇਵਾਦਾਰ ਆ, ਉਹਨਾਂ ਨਾਲ ਜਾ ਕੇ ਗੱਲ ਕਰਦੇ ਹੈਗੇ ਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਲੱਗਾ ਕਿ ਇਹ ਵੱਡਾ ਆਪਰੇਸ਼ਨ ਮਾਲ ਦੀ ਪਾਰ ਕਿਰਪਾ ਨਾਲ ਉਹਨਾਂ ਦੇ ਹਿੱਸੇ ਇਹ ਸੇਵਾ आई। आओ जी। एक समर मन माही, एक समर मन माही, एक समर मन माही, एक समर मन माही। समर मन माही, एक समर मन माही, एक समर मन माही, एक समर मन माही। एक समर मन माही, एक समर मन माही, एक समर मन माही, एक समर मन माही। एक समर मन माही, एक समर मन माही, एक समर मन माही, एक समर मन माही। एक समर मन माही, एक समर मन माही। ਸਾਥੀਆਂ ਜੀ, ਹੁਣ ਅਸੀਂ ਗੱਲ ਕਰਦੇ ਹਾਂ ਕਿ ਇੱਥੇ ਦੇ ਸੇਵਾਦਾਰਾਂ ਨੇ ਜਿਹੜੇ ਕਾਫੀ ਸਾਲ ਇੱਥੇ ਸੇਵਾ ਕੀਤੀ ਹੈਗੀ ਆ, ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਉਤਸ਼ਾਹ ਹੋਇਆ, ਵਾਟ ਇੰਸਪਾਇਰਡ them to do this massive project।
ਤੁਸੀਂ ਦੇਖ ਲਿਆ ਮਾਂ ਦੀ ਕਿਰਪਾ ਦੇ ਨਾਲ ਕਿੰਨਾ ਵੱਡਾ ਇਹ ਪ੍ਰੋਜੈਕਟ ਹੈਗਾ, ਕਿੰਨਾ ਵੱਡਾ ਉਪਰਾਲਾ ਹੈਗਾ ਵਾ। ਤੇ ਇਹ ਵੀ ਇਹਨਾਂ ਨੂੰ ਪੁੱਛਾਂਗੇ ਕਿ ਇਹ ਤਾਂ ਦਾਨ ਕਿੱਦਾਂ ਹੋ ਰਿਹਾ ਵਾ, ਡੋਨੇਸ਼ਨ ਕਿੱਦਾਂ ਹੋ ਰਹੀ ਆ, ਤੇ ਉਹ ਵੀ ਅਸੀਂ ਵੀਰੇ ਨਾਲ ਗੱਲ ਕਰਦੇ ਹਾਂ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਤੇ ਤੁਹਾਡੀ ਸਾਰੇ ਸੇਵਾਦਾਰ ਟੀਮ ਦਾ, ਬਿਕਾਜ਼ ਮੈਂ ਆਪ ਅੱਜ ਇੱਥੇ ਸਾਰਾ ਦਿਨ ਸਪੈਂਡ ਕੀਤਾ ਐਂਡ ਇਟਸ ਐਬਸੋਲੂਟਲੀ ਮਾਈਂਡ ਬਲੋਇੰਗ। ਤੁਸੀਂ ਡਿਲੀਵਰੀਆਂ ਕਿੰਨੇ ਕਰ ਰਹੇ ਆ, ਲੰਗਰ ਕਿੱਦਾਂ ਤਿਆਰ ਹੋ ਰਿਹਾ, ਨਿਕਲੇ ਰਾਸ਼ਨ ਦਾ ਪੈਕਿੰਗ ਕੀਤੀ ਜਾਂਦੀ, ਪੈਲੇਸ ਤੇ 7 ਵੈਨਾਂ ਦੇ ਤੁਸੀਂ ਲੋਡ ਕਰ ਰਹੇ, ਬਹੁਤ ਵੱਡਾ ਆਪਰੇਸ਼ਨ। ਤੇ ਬੜਾ ਮਾਣ ਹੋਇਆ ਕਿ ਸੁਣ ਕੇ ਕਿ ਗੁਰਦੁਆਰਾ ਸਾਹਿਬ ਹੋਰ ਧਾਰਮਿਕ ਸਥਾਨ ਲੋਕ ਕਹਿੰਦੇ ਹੋਰ ਧਰਮਾਂ ਦੇ ਧਾਰਮਿਕ ਸਥਾਨਾਂ 'ਤੇ ਜਾ ਕੇ ਮਦਦ ਕਰ ਰਿਹਾ, ਤੇ ਲੋਕਲ ਕਮਿਊਨਿਟੀ ਇਜ਼ ਫੈਂਟੈਸਟਿਕ। ਹੁਣ ਤੁਸੀਂ ਦੱਸੋ ਕਿ ਇਹ ਇੰਸਪੀਰੇਸ਼ਨ ਤੁਹਾਨੂੰ ਕਿੱਥੋਂ ਆਈ? Well, first, I'd like to thank you for coming down. It takes a lot of time and effort for you to travel across the country and highlight these stories. The first thing is we should all understand is that when we come to talk about things, we don't want to really talk about any of this. It's not in our nature to publicise anything that's going on. And some people do ask, oh, why do you post on social media, etc. It's not about publicising what we're doing. The most important thing is for the message to go out there. We know there's people sitting in homes who don't get food, who don't know what numbers to contact. They're not, in touch with people who can supply food. So we've had that message go out. It's for purpose of people being able to get the food they need, the support they need. So when you guys are coming here to highlight what's happening, it's more for if there's anyone out there who needs help. That's the main reason. It's not to highlight what we're doing here. Then, Paji, the next thing you said was inspiration. I think, like with all of us here, we thought a coronavirus, it's probably going to be over in 2-3 days, a few weeks, we'll get over it. So we started with a small operation. We were just thinking anyone who's local who might need food or help, let's supply something for them. But then as the magnitude of what this whole crisis unfolding every day, we really thought as trustees, as a Gurdwara, we need to be doing something much bigger, much more important. We can do much more. We could do more and we should do more. So for us it was, what's the next step? So we got together and we said, look, there's no limit, there's no bound to Seva, there's no limit to what support you can give. First, we'll give all the support to all the Naujawan who are wanting to do something. Sikhs don't want to sit at home watching a crisis unfold. They want to be active, they want to be doing something. We're activists. So Guru Kripa, so many youngsters wanted to come here. We want to help the people in the community. So all we should said, we will give you a platform, whatever you need, the space, the facilities, the vans, anything that you need to do that. Then we said, what else can we do? We are Guru's Kripa, we've been fortunate to have a site that has so much space. We've got hundreds of sevadars. So there's something we can learn from Paji is that when we're trying to do seva, there's no point all of us trying to do the same thing. We need to make sure we cover and add value. And for us as a Gurdwara, having so much space, having a logistic operation that we've run for events and for large demands, how can we put that to use for this crisis? So we thought about this and we said, let's set up a logistics center. So what you'll see happening here today is not just about us giving food out, but we became a central logistic area for lots of distributors to bring their supplies that you've seen in the Langar Hall, and then other Gurdwara Sahibs, Shepherd's Bush, Southall, Watford, etc., and even up to the Midlands. We're now supplying to them. But one thing I'd say is like doing a good thing. One thing we've always been taught, if you've got a good idea and you want to do it, do not hesitate. Think about it once, then implement it. Guru's Kirpa, there were sevadars here who took that initiative. And I think from that, all of this has really grown. So Guru's Kirpa, we're still going strong and things are growing by the day. So all we can do is thank the Sangat and the sevadars for everything they've done. ਤੇ ਉਹ ਫਿਰ ਪਾਤਸ਼ਾਹ ਜੀ ਖੁਸ਼ ਹੋ ਕੇ ਆਪਾਂ ਨੂੰ ਦਾਤ ਬਖਸ਼ਦੇ ਹਨ। ਹਰ ਕਾ ਨਾਮ ਅੰਮ੍ਰਿਤ ਹੈ, दारू ਇਹੋ ਲਾਏ ਹੋ। ਉਹ ਜਿਹੜਾ दारू ਮਿਲਦਾ ਹੈ ਉਹ ਫਿਰ ਤਨ ਵਾਸਤੇ ਵੀ ਤੇ ਮਨ ਵਾਸਤੇ ਵੀ ਕੰਮ ਆਉਂਦਾ ਹੈ। ਉਹ ਫਿਰ ਆਪਾਂ ਨੂੰ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਈ ਹੁੰਦਾ ਹੈ। ਗੁਰਮੁਖ ਪਿਆਰਿਓ, ਜਿਵੇਂ ਇਹ ਕਰੋਨਾ ਵਾਇਰਸ ਦੇ ਜੇ ਸੰਬੰਧ ਵਿੱਚ ਜੋ ਇਹ ਸੇਵਾ ਚੱਲ ਰਹੀ ਹੈ ਲੰਗਰ ਦੀ, ਇਹ ਗੁਰਮੁਖ ਪਿਆਰਿਓ ਇਸ ਗੁਰੂ ਘਰ ਵਿਖੇ ਪਹਿਲਾਂ ਤੋਂ ਹੀ ਸੇਵਾ ਚੱਲ ਰਹੀ ਹੈ। ਜਦੋਂ ਦਾ ਗੁਰੂ ਘਰ ਹੋਂਦ ਵਿੱਚ ਆਇਆ ਹੈ, ਇੱਥੇ ਇੱਕ ਵੀਕ ਦੇ ਵਿੱਚ 5000 ਤੋਂ ਲੈ ਕੇ 10000 ਗੁਰਮੁਖਾਂ ਨੂੰ ਜਿਹੜਾ ਲੰਗਰ ਹੈ ਉਹ ਛਕਾਇਆ ਜਾਂਦਾ ਹੈ। ਇਸ ਗੁਰੂ ਘਰ ਵਿਖੇ ਇੱਕ ਰੀਫਰੈਸ਼ ਸਕਿੱਲ ਅਕੈਡਮੀ ਸਥਾਪਿਤ ਕੀਤੀ ਗਈ ਹੈ, ਜਿਸ ਵਿੱਚ ਬ੍ਰਿਕਲਿੰਗ, ਪਲਾਸਟਰਿੰਗ, ਪਲੰਬਿੰਗ ਦੇ ਫ੍ਰੀ ਕੋਰਸ ਕਰਵਾਏ ਜਾਂਦੇ ਹਨ। ਕਿਸੇ ਧਰਮ ਦਾ ਵੀ ਪ੍ਰਾਣੀ ਇਹ ਕੋਰਸ ਜਿਹੜੇ ਹੈ ਉਹ ਕਰ ਸਕਦਾ ਹੈ। ਇੱਥੇ ਜਿੰਨੇ ਵੀ ਸੇਵਾਦਾਰ ਹਨ ਉਹ ਸਿਰਫ ਇਹੀ ਸੇਵਾ ਨਹੀਂ ਕਰਦੇ, ਉਹ ਇਸ ਤੋਂ ਬਗੈਰ
ਤਕਰੀਬਨ ਪਿਛਲੇ 1 ਸਾਲ ਤੋਂ ਇਸ ਗੁਰਦੁਆਰਾ ਸਾਹਿਬ ਵਿਖੇ ਇੱਕ ਵੀਕ ਦੇ ਵਿੱਚ 100 ਘੰਟਾ ਭਗਤੀ ਵੀ ਕਰਦੇ ਹਨ। ਇਹ ਭਗਤੀ ਦੇ ਵਿੱਚ ਗੁਰਮੁਖਾਂ ਨੂੰ ਸਵਾਸ ਗਰਾਸ, ਸਾਸ ਅਤੇ ਰੋਮ ਰੋਮੀ ਪਰਪੱਕ ਕਰਵਾਇਆ ਜਾ ਰਿਹਾ ਹੈ ਜੀ। ਗੁਰਮੁਖ ਪਿਆਰਿਓ, ਜਿਵੇਂ ਜੋ ਲੰਗਰ ਵਰਤਾਉਣ ਦੀ ਸੇਵਾ ਸੀ ਉਸ ਨੂੰ ਗੁਰਬਾਣੀ ਦੇ ਵਿੱਚ ਤਨ ਦੀ ਸੇਵਾ ਕਿਹਾ ਗਿਆ ਹੈ। ਤਨ ਜਦੋਂ ਇਹ ਸੇਵਾ ਕਰਦਾ ਹੈ, ਇਹ ਸੇਵਾ ਕਰਕੇ ਇਹ ਹੰਕਾਰ ਤੋਂ, ਦੁਬਿਧਾ ਤੋਂ, ਈਰਖਾ ਤੋਂ ਮੁਕਤ ਹੁੰਦਾ ਹੈ। ਫਿਰ ਇਹ ਦੂਸਰੀ ਸੇਵਾ ਕਰਦਾ ਹੈ, ਉਹਨੂੰ ਮਨ ਦੀ ਸੇਵਾ ਕਿਹਾ ਜਾਂਦਾ ਹੈ। ਜਿਵੇਂ ਇੱਥੇ ਗੁਰਮੁਖ ਭਗਤੀ ਕਰਦੇ ਹਨ, ਉਹ ਤਨ ਤੇ ਮਨ ਦੋਨੇ ਸੇਵਾ ਕਰ ਰਹੇ ਹਨ। ਹਾਂਜੀ ਸਾਧ ਸੰਗਤ ਜੀ, ਦੇਖੋ ਕਿ ਅੱਜ ਤੁਹਾਨੂੰ ਤੁਸੀਂ ਕਿੰਨੀ ਸੋਹਣੀ ਅੱਜ ਤੁਹਾਨੂੰ ਖਬਰ ਦਿਖਾਈ ਹੈਗੀ ਆ। ਮਨ ਦੀ ਅਪਾਰ ਕਿਰਪਾ ਦੇ ਨਾਲ ਇੱਥੇ ਦੇ ਸੇਵਾਦਾਰਾਂ ਗੁਰੂ ਮਾਨਿਓ ਗ੍ਰੰਥ ਸਲਾਹੂ ਵਿਖੇ ਕਿੰਨਾ ਸੋਹਣਾ ਤੇ ਇੱਕ ਵੱਡਾ ਸਾਰਾ ਆਪਰੇਸ਼ਨ ਪੂਰਾ ਕਰ ਰਹੇ ਹੈਗੇ ਆ, ਜਿੱਥੇ ਸਾਰਿਆਂ ਦੀ ਮਦਦ ਕਰਦੇ ਹੋਏ ਇਸ ਮੁਸੀਬਤ ਪੱਖੇ ਵਕਤ ਵਿੱਚ ਉਹ ਸਿਰਫ ਲੋਕਲ ਅਥਾਰਟੀ ਨਾਲ ਲਈ ਸਾਰੇ ਹੋਰ ਧਾਰਮਿਕ ਸਥਾਨਾਂ ਦੇ ਨਾਲ ਤੇ ਹੋਰ ਜਥੇਬੰਦੀਆਂ, ਸੰਸਥਾਵਾਂ ਤੇ ਗੁਰਦੁਆਰਾ ਦੀ ਇਹ ਮਦਦ ਕੀਤੀ ਜਾ ਰਹੀ ਆ। ਇਹ ਇੱਕ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਕਿ ਇੱਕ ਦੂਜੇ ਦਾ ਸਹਾਰਾ ਬਣਨਾ, ਤੇ ਜਿਹੜੀ ਮੈਸੇਜ ਇਸ ਗੁਰਦੁਆਰਾ ਸਾਹਿਬ ਤੋਂ ਸੰਗਤਾਂ ਤੱਕ ਪਹੁੰਚਾਈ ਗਈ, ਹੋਰਾਂ ਤੱਕ ਪਹੁੰਚਾਈ ਗਈ, ਇਹ ਬਹੁਤ ਵੱਡੀ ਗੱਲ ਆ। ਤੇ ਅਸੀਂ ਧੰਨਵਾਦ ਕਰਦੇ ਇਸੇ ਗੁਰੂ ਮਾਨਿਓ ਗ੍ਰੰਥ ਦਾ। ਤੇ ਹੁਣ ਸਾਰੇ ਪੁੱਛ ਰਹੇ ਹੈਗੇ ਆ ਗੈਰ ਸਿੱਖ ਕਿ ਇਹ ਸਿੱਖ ਕੌਣ ਨੇ, ਸਿੱਖੀ ਕੀ ਚੀਜ਼ ਆ। ਇਹ ਸਾਰੀ ਤੁਹਾਡੀਆਂ ਅਸੀਸਾਂ, ਤੁਹਾਡਾ ਧੰਨਵਾਦ ਕੀਤਾ ਜਾਂਦਾ। ਸੋ ਅਸੀਂ ਇੱਥੇ ਸਾਰੀ ਇੱਥੇ ਦੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਹਾਂ ਤੇ ਸੰਗਤ ਦੇ ਅਸੀਸਾਂ ਦਾ ਧੰਨਵਾਦ ਕਰਦੇ ਕਿ ਤੁਸੀਂ ਅਸੀਸਾਂ ਇੱਦਾਂ ਦਿੰਦੇ ਰਹੋ। ਮਨ ਦੇ ਪਾਲਣ ਨਾਲ ਇੱਦਾਂ ਦੇ ਨੌਜਵਾਨ ਹੋਰ ਉਪਰਾਲੇ ਅਗਾਂਹ ਲੈ ਕੇ ਜਾਣ। ਅਸੀਂ ਇੱਥੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ